ਦੋਸਤੋ ਵੇਲੇ ਦੀ ਗੱਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ। ਮੈਂ ਤੁਹਾਡਾ ਮੇਜ਼ਬਾਨ ਨਰਿੰਦਰ ਸਿੰਘ। ਕੱਲ੍ਹ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੋਇਆ, ਜਿਹਦੇ 'ਚ ਕਾਫੀ ਹੰਗਾਮਾ ਵੀ ਹੋਇਆ। ਸਰਕਾਰ ਨੇ ਧੜਾ ਧੜ ਬਿੱਲ ਪਾਸ ਕਰਤੇ ਅਤੇ ਇਹ ਕਹਿਤਾ ਬਈ ਇਹ ਕੰਮ ਹੋ ਜਾਣਗੇ। ਅਤੇ ਇਸ ਸਾਰੇ ਮਸਲੇ 'ਤੇ ਚਰਚਾ ਕਰਨ ਲਈ ਸਾਡੇ ਨਾਲ ਨੇ ਉੱਘੇ ਪੱਤਰਕਾਰ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਸਵਾਗਤ ਹੈ। ਜੀ ਸ਼ੁਕਰੀਆ। ਪਹਿਲਾਂ ਤਾਂ ਇਹ ਦੱਸੋ ਵੀ ਕੀ ਬਿੱਲ ਪਾਸ ਕੀਤੇ? ਇੱਕ ਤਾਂ ਇਹ ਅਜੀਬ ਜਿਹਾ ਕੰਮ ਹੈ ਸਾਡੀਆਂ ਵਿਧਾਨ ਸਭਾਵਾਂ ਦਾ। ਇੱਕ ਦਿਨ ਸੀ, 15 ਤਾਂ ਬਿੱਲ ਪਾਸ ਕਰਤੇ ਉੱਤੇ ਕਾਨੂੰਨ ਤੁਰੰਤ। 2 ਵੱਡੇ ਮਹੱਤਵਪੂਰਨ ਮਤੇ ਉਹਦੇ 'ਚ ਪੇਸ਼ ਕਰਤੇ ਅਤੇ ਜਿਹੜੇ ਰੌਲਾ ਰੱਪਾ ਪਿਆ ਉਹ ਕਾਨੂੰਨਾਂ 'ਤੇ ਤਾਂ ਪੈਂਦਾ ਹੀ ਨਹੀਂ। ਖੈਰ ਮੈਨੂੰ ਨਹੀਂ ਲੱਗਦਾ ਕਿ ਬਹੁਤੇ ਐਮਐਲਏ ਨੂੰ 15 ਕਾਨੂੰਨ ਪਤਾ ਕਿਹੜੇ ਆਏ, ਉਹਦੇ 'ਚ ਬਿੱਲ ਆਏ ਜਾਂ ਉਹਦੇ 'ਚ ਚਰਚਾ ਕੀ ਕਰਨੀ ਹੈ। ਅਤੇ ਉਹ ਚਰਚਾਵਾਂ ਬਸ 1-2 ਤੇ ਇਹ ਇਲਜ਼ਾਮਬਾਜ਼ੀ 'ਚ ਮਤਲਬ ਜ਼ਿਆਦਾ ਉਲਝੀਆਂ ਨੇ, ਕਿਉਂਕਿ ਇੱਕ ਤਾਂ ਟਾਈਮ ਵੀ ਬਹੁਤ ਥੋੜ੍ਹਾ। ਐਡੇ ਮਹੱਤਵਪੂਰਨ ਬਿੱਲ ਸੀ ਜਿਹੜੇ ਬਿੱਲ ਸੀ। ਦੇਖੋ, ਇੱਕ ਤਾਂ ਬਿੱਲ ਉਹਨਾਂ ਨੇ ਲਿਆਂਦਾ ਇਹ ਜਿਹੜਾ ਬਿਜਲੀ ਸਮਝੌਤਿਆਂ ਬਾਰੇ ਸੀ, ਇਹ ਵੀ ਐਡਾ ਮਹੱਤਵਪੂਰਨ ਸੀ ਅਤੇ ਬੜੀ ਸੀਰੀਅਸ ਚਰਚਾ ਦੀ ਲੋੜ ਸੀ। 2 ਬਿੱਲ ਉਹਨਾਂ ਨੇ ਲਿਆਂਦੇ ਜਿਹੜੇ ਖੇਤੀ ਨਾਲ ਸੰਬੰਧਿਤ ਸੀ, ਕੰਟਰੈਕਟ ਫਾਰਮਿੰਗ ਐਕਟ ਅਤੇ APMC ਦਾ। 2 ਬਿੱਲ ਉਹਨਾਂ ਨੇ ਲਿਆਂਦੇ ਜਿਹੜੇ ਲੈਂਗੁਏਜ ਨਾਲ ਸੀ, ਪੰਜਾਬੀ ਓਫੀਸ਼ੀਅਲ ਲੈਂਗੁਏਜ ਦਾ ਸਵਾਲ ਸੀ, ਇੱਕ ਪੰਜਾਬੀ ਅਤੇ ਅਦਰ ਲੈਂਗੁਏਜ ਲਰਨਿੰਗ ਦੇ ਸਵਾਲ ਸੀ। ਫਿਰ ਇੱਕ ਹਾਇਰ ਐਜੂਕੇਸ਼ਨ ਬਾਰੇ ਵੀ ਉਹ ਸਾਰੇ ਮਾਮਲੇ 'ਚ ਬਿੱਲ ਸੀ। ਇੱਕ GST ਬਾਰੇ ਵੀ ਉਹਦੇ 'ਚ ਬਿੱਲ ਸੀ। 2 ਨਵੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਇੱਥੇ ਮਨਜ਼ੂਰੀ ਦੇਣ ਦਾ ਬਿੱਲ ਸੀ। ਹਾਲਾਂਕਿ ਯੂਨੀਵਰਸਿਟੀ ਪਹਿਲਾਂ ਖੁੱਲ੍ਹ ਚੁੱਕੀਆਂ ਨੇ ਅਤੇ ਸਾਰਾ ਕੰਮ ਐਡਮਿਸ਼ਨਾਂ ਵੀ ਬਿੱਲ ਬਾਅਦ ਦੇ ਵਿੱਚ ਆਉਂਦਾ ਹੈ, ਮਤਲਬ ਆਫਟਰ ਅਪਰੂਵਲ ਉਹ ਲਈ ਜਾਂਦੀ ਹੈ। ਜਿਹੜੇ ਇੰਨੀਆਂ ਚੀਜ਼ਾਂ ਤੁਹਾਡੇ ਸਾਹਮਣੇ ਇੰਨੀਆਂ ਮਹੱਤਵਪੂਰਨ ਹੋਣ, ਉਹਨਾਂ 'ਤੇ ਜਿੰਨੀ ਚਰਚਾ ਹੋਣੀ ਚਾਹੀਦੀ ਸੀ ਉਹ ਚਰਚਾ ਤਾਂ ਨਹੀਂ ਦਿਖਾਈ ਦਿੱਤੀ। ਪਰ ਜੇਕਰ ਮੋਟੇ ਤੌਰ 'ਤੇ ਲਾਇਆ ਜਾਏ, ਇੱਕ ਜਿਹੜਾ ਵਾਈਟ ਪੇਪਰ ਆਇਆ, ਇਹ ਕਾਫੀ ਲੰਮੇ ਸਮੇਂ ਤੋਂ ਪੈਂਡਿੰਗ ਸੀ। ਉਹਦੇ 'ਚ 2-3 ਨੁਕਤੇ ਅਜੇ ਵੀ ਛੁਪਾਏ ਗਏ ਨੇ ਜਿਹੜੇ ਨਹੀਂ ਲਿਆਂਦੇ, ਪਰ ਫਿਰ ਵੀ ਨਾਲ ਉਹ ਉਸ ਲੈਵਲ ਦੀ ਗੱਲ ਹੈ। ਉਹਦੇ 'ਚ ਇੱਕ ਤਾਂ ਸਭ ਤੋਂ ਬੜਾ ਪੰਗਾ ਇਹ ਪੈਣ ਦੀ ਸੰਭਾਵਨਾ ਹੈ, ਮੰਨ ਲਓ ਵਾਈਟ ਪੇਪਰ ਤਾਂ ਹੈ ਹੀ ਹੈ, ਮੁੱਖ ਮੰਤਰੀ ਨੇ ਕਹਿ ਤਾ ਕਿ ਵਿਜੀਲੈਂਸ ਜਾਂਚ ਕਰੇਗੀ, ਇਹ ਵੀ ਐਲਾਨ ਹੋ ਗਿਆ। ਹੁਣ ਜਿੰਨੇ ਵੀ ਪਾਵਰ ਪਰਚੇਜ ਐਗਰੀਮੈਂਟ ਹੋਏ ਨੇ, ਉਹਨਾਂ ਦਾ ਫੈਸਲਾ ਮੰਤਰੀ ਮੰਡਲ ਦੇ ਪੱਧਰ 'ਤੇ ਹੋਇਆ, ਉਹ ਉਦੋਂ ਹੇਠਾਂ ਨਹੀਂ ਹੋਇਆ ਕੋਈ ਵੀ। ਮੰਤਰੀ ਮੰਡਲ ਪੱਧਰ 'ਤੇ ਹੋ ਕੇ ਕੋਈ ਵਿਜੀਲੈਂਸ ਦਾ SP ਜਾਂ ਵਿਜੀਲੈਂਸ ਦਾ DG ਕੋਈ ਮੰਤਰੀਆਂ ਜਾਂ ਵੱਡੇ ਅਧਿਕਾਰੀਆਂ ਖਿਲਾਫ ਜਾਂਚ ਕਰਨ ਦੀ ਸਮਰੱਥਾ ਹੈਗੀ ਜਾਂ ਨਹੀਂ ਹੈਗੀ। ਇਸੇ ਕਰਕੇ ਕਈ ਲੋਕਾਂ ਵੱਲੋਂ ਜਿਹੜੀ ਇਹ ਡਿਮਾਂਡ ਆ ਰਹੀ ਹੈ ਕਿ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂ ਕੋਈ ਜੁਡੀਸ਼ਲ ਜਾਂਚ ਹੋਵੇ, ਫਿਰ ਤਾਂ ਕੋਈ ਮੰਨਿਆ ਜਾਂਦਾ ਨਹੀਂ। ਮੈਨੂੰ ਲੱਗਦਾ ਵੋਟਾਂ ਜਿਹੀਆਂ ਹੈਗੀਆਂ, ਸਾਲ ਡੇਢ ਮਹੀਨਾ ਦੇ ਵਿੱਚ ਲੰਘ ਜੂ, ਵਿਜੀਲੈਂਸ ਇੱਕ ਅੱਧੇ ਨੂੰ ਬੁਲਾ ਲਿਆ, ਨਾ ਬੁਲਾ ਲਿਆ, ਵਿੱਚ ਜੇ ਕੰਮ ਕਰਕੇ ਉੱਥੇ ਤੱਕ ਹੈ। ਜੇ ਗੰਭੀਰਤਾ ਹੋਵੇ ਤਾਂ ਉਦੋਂ ਵੱਡੇ ਲੈਵਲ ਦੀ ਕੋਈ ਜਾਂਚ ਦੀ ਲੋੜ ਹੈਗੀ ਹੈ ਉਹਦੇ 'ਚ। ਜੇ ਅਗਲੀ ਗੱਲ ਇਹ ਹੈ ਕਿ ਜਿਹੜਾ ਉਸ ਵਾਈਟ ਪੇਪਰ ਦੇ ਬਿਹਾਫ 'ਤੇ ਤੁਸੀਂ ਹੁਣ ਇੱਕ ਬਿੱਲ ਲਿਆਂਦਾ, ਜਿਹੜਾ ਬਿਜਲੀ ਵਾਲਾ ਅਮੈਂਡਮੈਂਟ ਬਿੱਲ, ਜਾਂ ਉਹ ਜਿਹੜੀ ਰੀਨਿਊ ਕਰਨ ਦੇ ਵਾਸਤੇ ਜਾਂ ਮੁੜ ਵਿਚਾਰਨ ਦੇ ਵਾਸਤੇ ਉਹ ਸਮਝੌਤਿਆਂ ਨੂੰ, ਇਹ ਸੈਂਟਰਲ ਐਕਟ ਹੈ। ਇਲੈਕਟ੍ਰੀਸਿਟੀ ਕਾਨੂੰਨ 2003 ਜਿਹੜਾ ਸੈਂਟਰਲ ਐਕਟ ਹੈ। ਕੀ ਸੈਂਟਰਲ ਐਕਟ ਦੇ ਹੁੰਦੇ ਹੋਏ ਪੰਜਾਬ ਕੋਈ ਇਹੋ ਜਿਹਾ ਬਿੱਲ ਬਣਾ ਵੀ ਸਕਦਾ ਜਾਂ ਨਹੀਂ? ਉਸ ਬਿੱਲ ਨੂੰ ਗਵਰਨਰ ਮਨਜ਼ੂਰੀ ਦੇਊਗਾ ਜਾਂ ਨਹੀਂ? ਜੇ ਗਵਰਨਰ ਮਨਜ਼ੂਰੀ ਦੇਊਗਾ ਤਾਂ ਜੇ ਕੇਂਦਰ 'ਤੇ ਉਹਦੇ ਵਿੱਚ ਕੋਈ ਟਕਰਾਅ ਹੁੰਦਾ, ਉਸ ਤੋਂ ਬਾਅਦ ਕੀ ਬਣੇਗਾ? ਅਜੇ ਇਹ ਮਤਲਬ ਵਿੱਚ ਵਿਚਾਲੇ ਆ, ਅਜੇ ਇਹਦੇ 'ਚ ਕਿਹਾ ਨਹੀਂ ਜਾ ਸਕਦਾ ਕਿ ਜ਼ਰੂਰ ਮਨਜ਼ੂਰੀ ਮਿਲ ਜੂਗੀ ਉਸੇ ਤਰੀਕੇ ਨਾਲ। ਅਤੇ ਉਦੋਂ ਅਗਲਾ ਸਵਾਲ ਜਿਹੜਾ ਹੋਰ ਹੈਗਾ ਸੀ 2 ਖੇਤੀ ਵਾਲੇ ਮਾਮਲਿਆਂ ਦਾ। ਪਹਿਲਾਂ ਪ੍ਰਭਾਵ ਇਹ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਜਦੋਂ ਇੱਥੇ ਡਿਸਕਸ਼ਨਾਂ ਹੋ ਰਹੀਆਂ ਸੀ। ਆਪਾਂ ਇੱਕ ਵੀਡੀਓ ਸੁਣੀ ਹੈ ਰਾਜੇਵਾਲ ਨੂੰ, ਜਿਹੜਾ ਚਰਨਜੀਤ ਚੰਨੀ ਨੇ ਲਾ ਕੇ, ਉਹ ਕਹਿੰਦਾ ਸੀ ਪ੍ਰਧਾਨ ਜੀ, ਮੈਂ ਕਹਿ ਤਾ ਤੁਹਾਡੇ ਭਰਾ ਦੀ ਡੈਥ ਦੇ ਕਰਕੇ ਸ਼ੋਕ ਕਰ ਰਿਹਾ, ਪਰ ਮੈਂ ਨਾਲ ਪੁੱਛਣਾ ਚਾਹੁੰਦਾ ਤੁਸੀਂ ਸਾਨੂੰ ਦੇ ਦਿਓ, ਅਸੀਂ ਕਾਨੂੰਨ ਕਿਹੋ ਜਿਹਾ ਬਣਾਈਏ, ਅਸੀਂ ਕੌਮਾਬੰਦੀ ਵੀ ਨਹੀਂ ਬਦਲਾਂਗੇ। ਇਹ ਕਹਿੰਦੇ ਚੀਫ ਮਿਨਿਸਟਰ ਸੁਣਿਆ। ਬਿੱਲ ਤਾਂ ਉਹਦੇ 'ਤੇ ਤਿੰਨਾਂ 'ਤੇ ਕੋਈ ਆਇਆ ਹੀ ਨਹੀਂ। ਪਹਿਲਾਂ ਵੀ 3 ਵਾਰ ਮਤੇ ਹੋ ਗਏ ਅਤੇ ਐਤਕੀ ਵੀ 1 ਵਾਰ ਮਤਾ ਪਾਤਾ, ਬਲਕਿ ਕੈਪਟਨ ਅਮਰਿੰਦਰ ਸਿੰਘ ਵੇਲੇ ਇੱਕ ਵਾਰ ਉਹਨਾਂ ਨੇ 3 ਬਿੱਲਾਂ ਦਾ ਕਾਊਂਟਰ ਇਸ ਰੂਪ 'ਚ ਕੀਤਾ। ਹਾਲਾਂਕਿ ਕਹਿੰਦੇ ਉਹਦੇ 'ਤੇ ਐਲੀਗੇਸ਼ਨ ਇਹ ਸੀ ਕਿ ਜੇ ਖੇਤੀ ਸੂਬੇ ਦਾ ਸਬਜੈਕਟ ਹੈ ਤਾਂ ਤੁਸੀਂ ਸੂਬੇ ਦੇ ਵਿਸ਼ੇ 'ਤੇ ਬਿੱਲ ਆਪਣੇ ਤਰੀਕੇ ਨਾਲ ਕਿਉਂ ਨਹੀਂ ਲਿਆਉਂਦੇ? ਜਿਵੇਂ ਪਾਣੀਆਂ ਦਾ ਸਵਾਲ ਸੀ, ਜਦੋਂ ਪਾਣੀਆਂ ਦੇ ਆਲ ਐਗਰੀਮੈਂਟ ਰੱਦ ਕਰਨੇ ਸੀ 2014 ਨੂੰ, ਅਤੇ 2004 ਦੇ ਵਿੱਚ ਜਿਹੜਾ ਬਿੱਲ ਆਇਆ, ਉਹ ਬਿੱਲ ਇਹ ਸੀ ਕਿ ਸਾਨੂੰ ਸੱਤਾ ਦੇ ਤੌਰ 'ਤੇ, ਕਿਉਂਕਿ ਇਹ ਜਿਹੜਾ ਵਗਦਾ ਪਾਣੀ ਹੈ ਇਹ ਰਪੇਰੀਅਨ ਪ੍ਰਿੰਸੀਪਲ ਦੇ ਤਹਿਤ ਸਾਡਾ ਹੈ, ਇਸ ਕਰਕੇ ਪੰਜਾਬ ਅਸੈਂਬਲੀ ਦਾ ਇਹ ਹੱਕ ਹੈ ਕਿ ਉਹ ਉਹਨਾਂ ਨੂੰ ਰੱਦ ਕਰ ਦੇ। ਅਤੇ ਉਹ ਸਮਝੌਤੇ ਰੱਦ ਕਰਨ ਦਾ ਕਾਨੂੰਨ ਆਇਆ ਸਾਰਾ ਸਟੇਟ ਸਬਜੈਕਟ, ਅਤੇ ਨਾਲ ਦੀ ਨਾਲ ਸਾਰੇ ਉੱਠ ਕੇ ਗਏ ਸਮੇਤ ਅਮਰਿੰਦਰ ਵਿਰੋਧੀ ਧਿਰ, ਗਵਰਨਰ ਤੋਂ ਦਸਤਖਤ ਕਰਕੇ ਲਿਆਏ, ਅਤੇ ਉਹ ਇੱਕ ਬਿੱਲ ਕਾਨੂੰਨ ਬਣ ਗਿਆ ਸੀਗਾ। ਅਤੇ ਜੇ ਇਹ ਸਟੈਂਡ ਲੈਂਦੀ ਸੀ ਸਟੇਟ ਗੌਰਮੈਂਟ ਹੁਣ ਵੀ ਕਿ ਸਾਡਾ ਸਟੇਟ ਸਬਜੈਕਟ ਹੈ,
ਤਾਂ ਇਹਨਾਂ ਨੇ ਪਹਿਲਾਂ ਇਹੀ ਪ੍ਰਭਾਵ ਦੇਣ ਦੀ ਕਿਸਾਨਾਂ ਤੋਂ ਮੰਗਿਆ, ਤੁਸੀਂ ਜੋ ਦਿਓਗੇ ਕਿ ਅਸੀਂ ਇੱਕ ਕਾਨੂੰਨ ਲਿਆਵਾਂਗੇ ਆਪਣੇ ਪੱਧਰ ਦੇ। ਫਿਰ ਉਹ ਪਹਿਲਾਂ ਵਾਲੇ ਕਾਨੂੰਨ ਤਾਂ ਗਵਰਨਰ ਕੋਲ ਪਏ ਨੇ, ਜਿਹੜੇ ਤੁਸੀਂ ਅਮੈਂਡ ਕਰਕੇ ਭੇਜੇ ਸੀ ਉਹ ਵੀ ਉਹਨੇ ਅੱਗੇ ਨਹੀਂ ਭੇਜੇ, ਉੱਥੇ ਹੀ ਪਏ ਨੇ। ਉਹ ਛੱਡ ਹੀ ਦਿੱਤਾ ਖਹਿੜਾ ਮੈਨੂੰ ਲੱਗਦਾ ਮੁੜ ਕੇ, ਫਿਰ ਇੱਕ ਮਤਾ ਹੀ ਪਾਤਾ ਕਿ ਤੁਸੀਂ ਗਲਤ ਗਏ। ਇਸ ਲਈ ਮਤੇ ਦੀ ਰੈਲੇਵੈਂਸ ਕੋਈ ਨਹੀਂ। ਮਤੇ ਦਾ ਮਤਲਬ ਕੇਵਲ ਇਹੀ ਹੈ ਕਿ ਅਸੀਂ ਬਾਰ-ਬਾਰ ਇੰਡੋਰਸ ਕਰ ਰਹੇ ਹਾਂ, ਬਾਰ-ਬਾਰ ਉਹ 'ਤੇ ਜ਼ੋਰ ਦੇ ਰਹੇ ਹਾਂ ਵੀ ਤੁਸੀਂ ਗਲਤ ਕਰ ਰਹੇ ਹੋ ਜੀ। ਮੰਨ ਲਓ ਮਤੇ ਦੀ ਕਾਨੂੰਨੀ ਵੈਲਿਊ ਕੋਈ ਨਹੀਂ ਹੈ। ਪਰ ਇਹਨਾਂ ਨੇ ਦੇਖਿਆ ਵੀ ਉਦੋਂ ਪਿੱਛੇ ਆ ਗਏ ਤਾਂ ਫਿਰ ਕੀਤਾ ਕੀ ਜਾਏ। 2 ਹੋਰ ਕਾਨੂੰਨ ਲਿਆਂਦੇ ਜਿਹੜੇ ਆਪਦੇ ਹੀ ਸੀਗੇ। ਉਹ 2 ਕਾਨੂੰਨਾਂ 'ਚ ਇੱਕ ਕਾਨੂੰਨ ਹੈ ਜਿਹੜਾ 2013 'ਚ ਪੰਜਾਬ ਵਿਧਾਨ ਸਭਾ ਨੇ ਅਕਾਲੀ ਬੀਜੇਪੀ ਦੇ ਦੌਰਾਨ ਕੰਟਰੈਕਟ ਫਾਰਮਿੰਗ ਦਾ ਕਾਨੂੰਨ ਬਣਾਇਆ ਸੀ, ਉਹ ਰੱਦ ਕਰਤਾ ਟੋਟਲੀ। ਉਹਦੇ 'ਤੇ ਇੱਕ ਐਲੀਗੇਸ਼ਨ ਲੱਗ ਰਿਹਾ ਸੀ ਇਹ ਕਿ ਉਹਨੂੰ ਦੇਖ ਕੇ ਹੀ ਕੇਂਦਰ ਨੇ ਕਾਨੂੰਨ ਬਣਾਇਆ, ਜਦ ਕਿ ਉਹਦੇ 'ਚ ਬਹੁਤ ਵਖਰੇਵੇਂ ਨੇ। ਜਿਹੜਾ ਉਹ 2013 ਦਾ ਕਾਨੂੰਨ ਸੀ ਉਹ ਟੋਟਲੀ ਪੰਜਾਬ ਦੇ APMC ਐਕਟ ਦੇ ਅੰਡਰ ਸੀ, ਪੰਜਾਬ ਸਰਕਾਰ ਦੇ ਅੰਡਰ ਸੀ। ਉਹਦੇ 'ਚ ਕੋਈ ਕੇਂਦਰ ਕੋਲ ਟਰਾਂਸਫਰ ਨਹੀਂ ਸੀ ਹੋਈ ਪਾਵਰ। ਇੱਕ ਤਾਂ ਉਹ ਵੀ ਸੀ। ਦੂਜੀ ਮੰਨ ਲਓ ਉਹਦਾ ਵੀ ਪ੍ਰਾਈਵੇਟ ਮੰਡੀਆਂ ਨੂੰ ਖੋਲ੍ਹਣ ਦਾ, ਬਾਕੀ ਚੀਜ਼ਾਂ ਦਾ ਡਾਇਰੈਕਸ਼ਨ ਸੇਮ ਸੀ, ਪਰ ਇਹਦੇ ਬਾਵਜੂਦ ਉਹ ਲਾਗੂ ਹੀ ਨਹੀਂ ਸੀ ਹੋਇਆ। ਉਹ ਕਾਨੂੰਨ ਦੇ ਤਾਂ ਨਿਯਮ ਨਹੀਂ ਸੀ ਬਣੇ। ਉਹ ਕਾਨੂੰਨ 'ਤੇ ਜਿਹੜਾ ਕਮਿਸ਼ਨ ਬਣਾਉਣਾ ਸੀ ਉਹ ਬਣਿਆ ਹੀ ਨਹੀਂ, ਜਿਹੜਾ ਲਾਗੂ ਹੀ ਨਹੀਂ ਹੈ 2013 ਤੋਂ ਲੈ ਕੇ ਅੱਜ ਤੱਕ, ਤੇ ਉਹਨੂੰ ਤੁਸੀਂ ਰੱਦ ਕਰ ਦਿਓ। ਇਹ ਪੰਜਾਬ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਸ ਇਕੱਲੀ ਇੱਕ ਗੱਲ ਦੇ ਨਾਲ? ਅਤੇ ਉਦੋਂ ਇੱਕ ਅਗਲੀ ਗੱਲ ਹੁਣ ਦੂਜਾ ਹੋ ਗਿਆ, ਜਿਹੜਾ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ ਹੈ APMC 1961 ਦਾ। ਉਹਦੇ 'ਚ ਇਹਨਾਂ ਨੇ ਇਹ ਕਰਤਾ ਹੈ ਕਿ ਸਾਰੀਆਂ ਜਗ੍ਹਾ ਤੋਂ ਪ੍ਰਾਈਵੇਟ ਮੰਡੀ, ਪ੍ਰਾਈਵੇਟ ਪਾਰਟਨਰਸ਼ਿਪ, ਉਹ ਸ਼ਬਦ ਕੱਟਤੇ। ਹੁਣ ਅਸੀਂ ਕਿੱਥੇ ਖੜ੍ਹ ਗਏ ਜਾ ਕੇ? ਹੁਣ ਅਸੀਂ 1961 ਵਾਲੀ ਸਥਿਤੀ 'ਚ ਆ ਗਏ। ਉਦੋਂ ਬਾਅਦ ਜੋ ਪੰਜਾਬ ਸਰਕਾਰ ਨੇ ਆਪ ਆਪਣੇ ਤਰੀਕੇ ਨਾਲ ਕੀਤੇ ਸੰਸ਼ੋਧਨ, ਉਹ ਵੀ ਖਤਮ, ਮਤਲਬ ਉਹਦੇ 'ਚ ਹੋ ਗਈਆਂ। ਹੁਣ ਹੋਣਾ ਕੀ ਹੈ? 2 ਚੀਜ਼ਾਂ ਨੇ। ਇੱਕ ਗੱਲ ਤਾਂ ਚਲੋ ਇਹਦੇ 'ਤੇ ਪੋਜ਼ੀਟਿਵ ਵੀ ਲੋਕ ਕਹਿਣਗੇ ਤੇ ਉਸ ਤਰੀਕੇ ਦੀਆਂ ਕਿ ਜਿਹੜਾ FCI ਨਾਲ ਸਾਈਲੋ ਦਾ ਮੋਗੇ ਦੇ ਵਿੱਚ ਅਡਾਨੀ ਦਾ ਗੋਦਾਮ ਹੈ, ਹੁਣ ਉਹ 'ਚ ਤਾਂ ਲੱਗ ਨਹੀਂ ਸਕੂਗੀ ਸਿੱਧੀ ਪਰਚੇਜ ਜਿਹੜੀ ਆਏਗੀ ਨਾ, ਉਹ ਨਹੀਂ ਲੱਗੂਗੀ ਉੱਥੇ ਜਾ ਕੇ। ਪਰ ਜਿਹੜੇ ਛੋਟੇ-ਮੋਟੇ ਹੋਰ ਪ੍ਰਾਈਵੇਟ ਮੰਡੀਆਂ 'ਚ ਪਲੇਅਰ ਜਾਂ ਇੱਧਰ ਉੱਧਰਲੀਆਂ ਜਿਹੜੀਆਂ ਗੱਲਾਂ ਉਹ ਹੋ ਰਹੀਆਂ ਸੀ, ਉਹ ਵੀ ਇੱਦਾਂ ਮਤਲਬ ਠੱਪ ਹੋ ਜਾਣਗੀਆਂ, ਉਹ ਵੀ ਨਹੀਂ ਹੁਣ ਇਜਾਜ਼ਤ ਮਿਲੇਗੀ। ਅਤੇ ਇਹਦੇ ਨਾਲ ਇੱਕ ਗੱਲ ਹੋਰ ਕਰ ਦਿੱਤੀ ਗਈ, ਜਿਹੜੀ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਨੇ, ਖੁਦ ਕਿਸਾਨਾਂ ਨੇ ਬਣਾਈਆਂ ਹੋਈਆਂ ਨੇ, ਉਹਨਾਂ ਨੂੰ ਉਹਦੇ 'ਚੋਂ ਕਮਿਸ਼ਨ ਆੜ੍ਹਤੀਆਂ ਦੀ ਤਰ੍ਹਾਂ ਮਿਲਦਾ ਤਾਂ ਕਿ ਉਹ ਅੱਗੇ ਕਰਨ, ਜਿਵੇਂ ਖੇਤੀ ਤੋਂ ਬਾਅਦ ਅੱਗੇ ਹੋਰ ਜ਼ਿਆਦਾ ਉਹਦੇ 'ਚੋਂ ਕਦੇ ਕੋਈ ਫੂਡ ਸਟੱਫ ਬਣਾ ਲੈਣ, ਪ੍ਰੋਸੈਸਿੰਗ ਕਰਨ, ਕੁਛ ਨਾ ਕੁਛ ਕਰਨ। ਉਹ ਵੀ ਬੰਦ ਹੋ ਗਿਆ। ਹੁਣ ਫਾਰਮਰ ਪ੍ਰੋਡਿਊਸਰ 'ਚ ਵੀ ਉਹਦੇ 'ਚ ਨਹੀਂ ਆ ਸਕਣਗੇ। ਉਹ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਵੀ ਗਰੁੱਪ ਬਣੇ ਹੋਏ ਨੇ, ਉਹ ਵੀ ਡਿਫੰਕਟ ਹੋ ਗਏ। ਅਤੇ ਹੁਣ ਇਹ ਤੋਂ ਅਗਲਾ ਗੱਲ ਇਹ ਆਊਗੀ, ਅਗਲਾ ਜਿਹੜਾ ਸੀਜ਼ਨ ਆਊਗਾ, ਪਰ ਉਦੋਂ ਪਹਿਲਾਂ ਵੋਟਾਂ ਆ ਜਾਣਗੀਆਂ। ਅਗਲਾ ਕਹਿੰਦਾ ਆਪਾਂ ਆਪਣਾ ਖਹਿੜਾ ਛਡਾਓ, ਆਪਾਂ ਕੀ ਲੈਣਾ। ਉਹਦੇ 'ਚ ਨਾ ਲਿਮਟ ਲਾਈ ਹੋਈ, ਜਿਹੜੀ ਕੈਸ਼ ਕ੍ਰੈਡਿਟ ਲਿਮਟ ਹੈ। ਹੁਣ ਡੀਸੈਂਟਰਲਾਈਜੇਸ਼ਨ ਆਫ ਪ੍ਰੋਕਿਉਰਮੈਂਟ 1998 ਤੋਂ ਚੱਲਦੀ ਹੈ। ਉਹਦੇ ਵਿੱਚ ਕੀ ਹੈ, ਇਹ ਲਾਉਂਦੇ ਨੇ ਕਿ ਜਿਹੜਾ ਮਾਡਲ ਐਕਟ ਬਣਾਇਆ ਹੋਇਆ ਸੀ ਗੌਰਮੈਂਟ ਆਫ ਇੰਡੀਆ ਨੇ, ਇੱਦੋਂ ਪਹਿਲਾਂ 3 ਕਾਨੂੰਨਾਂ ਤੋਂ ਪਹਿਲਾਂ ਐਗਰੀਕਲਚਰ ਪ੍ਰੋਡਿਊਸ ਦਾ ਇੱਕ ਮਾਡਲ ਐਕਟ ਸੀ। ਉਹ ਕਹਿੰਦੀ ਹੈ ਸਟੇਟਾਂ ਨੂੰ ਤੁਸੀਂ ਇਹਦੇ ਮੁਤਾਬਕ ਕੰਮ ਕਰੋ। ਹਰ ਸਟੇਟ ਨੇ ਜਿੰਨਾ ਕੁ ਉਹਨੂੰ ਠੀਕ ਲੱਗਦਾ ਸੀ ਉਹਨਾਂ ਕੁ ਅਮੈਂਡ ਕੀਤਾ ਹੋਇਆ ਸੀ। ਜਿਹੜਾ ਉਹਨਾਂ ਕੁ ਅਸੀਂ ਅਮੈਂਡ ਕੀਤਾ ਹੋਇਆ ਸੀ ਉਹ ਅਸੀਂ ਖਤਮ ਕਰਤਾ। ਤਾਂ ਉਹਦੇ ਲਈ ਕੈਸ਼ ਕ੍ਰੈਡਿਟ ਲਿਮਟ ਲੈਣ ਵਾਸਤੇ ਜਿਹੜੀ ਗਰੰਟੀ ਹੈ ਗੌਰਮੈਂਟ ਆਫ ਇੰਡੀਆ ਦੀ, ਇਹਦੀ ਸ਼ਰਤ ਹੈ, ਜੇ ਉਹ ਨਹੀਂ ਮੰਨਦੇ ਅਸੀਂ ਤੇ ਤੱਕ ਕਿ ਜੇ ਉਹ ਫਿਰ ਉਹ ਕਹਿੰਦੇ ਵੀ ਅਸੀਂ ਨਹੀਂ ਗਰੰਟੀ ਦਿੰਦੇ, ਤਾਂ ਪੰਜਾਬ ਦੀ ਕਣਕ ਦੀ ਖਰੀਦ ਦਾ ਇੱਕ ਬੜਾ ਵੱਡਾ ਸਵਾਲ ਖੜ੍ਹਾ ਹੋਏਗਾ ਸਾਡੇ ਸਾਹਮਣੇ। ਔਰ ਉਹਨੂੰ ਚੈਲੰਜ ਜਾਂ ਕਿਸ ਲੈਵਲ 'ਤੇ ਸਾਡੀ ਕਪੈਸਿਟੀ ਕਿੰਨੀ ਹੈ, ਅਸੀਂ ਉਹਨੂੰ ਝੁਕਾ ਲਾਂਗੇ ਨਹੀਂ ਝੁਕਾ ਲਾਂਗੇ, ਮਤਲਬ ਇੱਕ ਨਵਾਂ ਸਵਾਲ ਸਾਡੇ ਸਾਹਮਣੇ ਜ਼ਰੂਰ ਇਸ ਸਾਰੇ ਮਾਮਲੇ ਤੇ ਖੜ੍ਹਾ ਹੋਏਗਾ। ਹੁਣ ਇੱਕ ਉਦੋਂ ਅਗਲਾ ਸਵਾਲ ਖੜ੍ਹਾ ਹੋਏਗਾ ਕਿ ਜਿਹੜੀਆਂ ਪਾਰਟੀਆਂ 2022 ਦੇ ਵਿੱਚ ਚੋਣਾਂ 'ਚ ਜਾਣਗੀਆਂ, ਕਾਂਗਰਸ ਵੀ, ਅਕਾਲੀ ਵੀ, ਆਪ ਵੀ, ਕਿ ਜਿਹੜਾ ਉਸ ਬਿੱਲ ਪਾਸ ਕਰਕੇ ਆਈਆਂ ਨੇ ਵਿਧਾਨ ਸਭਾ ਦੇ ਵਿੱਚ, ਅਗਲੇ ਮੈਨੀਫੈਸਟੋ 'ਚੋਂ ਦਿਖਾਈ ਦੇਏਗਾ ਉਹੀ ਭਾਸ਼ਾ, ਉਹੀ ਐਂਗਲ ਜਾਂ ਨਹੀਂ। ਇਹ ਸਭ ਦੇ ਸਾਹਮਣੇ ਇੱਕ ਚੁਣੌਤੀ ਉਸ ਪੱਧਰ ਦੇ ਉੱਤੇ ਸ਼ਾਮਲ ਹੋਏਗੀ। ਇਸ ਕਰਕੇ ਮੈਨੂੰ ਲੱਗਦਾ ਕੁਝ ਚੀਜ਼ਾਂ ਤਾਂ ਇਹ ਸੀ, ਜਿਵੇਂ ਕੰਟਰੈਕਟ ਫਾਰਮਰ ਰੱਦ ਕਰਤਾ, ਨਾ ਰੱਦ ਕਰਤਾ, ਉਹਦੀ ਕੋਈ ਵੈਲਿਊ ਉਸ ਰੂਪ 'ਚ ਤਾਂ ਨਹੀਂ ਹੈ ਵੀ ਲਾਗੂ ਨਹੀਂ ਹੋਇਆ ਜਾਂ ਬਾਕੀ ਹੈ। ਇਹਨੂੰ ਇੱਕ ਇਹ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਹੋਈ ਹੈ ਕਿ ਅਸੀਂ ਫਾਰਮਰਜ਼ ਦੇ, ਅਸੀਂ ਕਿਸਾਨਾਂ ਦੇ ਹਿੱਤ ਦੇ ਵਿੱਚ ਹਾਂ, ਦੂਜਾ ਕਿਸਾਨ ਦੇ ਵਿਰੋਧ 'ਚ ਹੈ, ਤੀਜਾ ਜਾਂ ਜੋ ਵੀ ਮਰਜ਼ੀ ਹੈ। ਇਹ ਸਾਰਾ ਜਿਹੜਾ ਇੱਕ ਮਾਹੌਲ ਅਸੀਂ ਸਿਰਜਿਆ ਹੈ ਵਿਧਾਨ ਸਭਾ ਦੇ ਵਿੱਚ, ਪਰ ਜਿਹੜੀ ਉਹਦੇ 'ਤੇ ਡਿਬੇਟ ਹੋਈ ਹੈ ਬੇਹੂਦਾ ਸ਼ਬਦਾਵਲੀ ਵਾਲੀ, ਜਾਂ ਜਿਸ ਲੈਵਲ ਦਾ ਵਿਵਹਾਰ ਜਿਹੜਾ ਹੋਇਆ, ਉਹਦੇ ਤੋਂ ਨਹੀਂ ਲੱਗਦਾ ਕਿ ਸਾਡਾ ਸਿਆਸਤਦਾਨ, ਸਾਡੇ ਵਿਧਾਇਕ ਉਸ ਲੈਵਲ ਦੇ ਗੰਭੀਰ ਮੁੱਦਿਆਂ 'ਤੇ ਕੋਈ ਗੱਲ ਕਰ ਰਹੇ ਹੋਣ ਜਾਂ ਉਹਦੇ 'ਤੇ ਕੋਈ ਚਰਚਾ ਉਸ ਪੱਧਰ ਦੇ ਉੱਤੇ ਕਰ ਰਹੇ ਹੋਣ। ਅਤੇ ਹੁਣ ਅਗਲਾ ਸਵਾਲ ਇਹੀ ਹੈ ਕਿ ਜਿਹੜੇ ਦੂਜੇ ਬਿੱਲ ਨੇ ਲਰਨਿੰਗ ਆਫ ਲੈਂਗੁਏਜ ਦਾ, ਉਹਨਾਂ ਨੇ ਇਹ ਕਿਹਾ ਕਿ ਅਸੀਂ 10ਵੀਂ ਤੱਕ ਕੋਈ ਵੀ ਪ੍ਰਾਈਵੇਟ ਸਕੂਲ ਵੀ ਹੋਏਗਾ ਉਹਨੂੰ ਪੰਜਾਬੀ ਪੜ੍ਹਾਉਣੀ ਪਏਗੀ, ਅਤੇ ਜੇ ਨਹੀਂ ਪੜ੍ਹਾਏਗਾ ਉਹ 'ਚ ਜੁਰਮਾਨੇ ਵਧਾਏ ਨੇ, ਪਹਿਲਾਂ ਨਾਲੋਂ ਲਗਭਗ ਡਬਲ ਕੀਤੇ ਨੇ ਜੁਰਮਾਨੇ ਉਸ ਪੱਧਰ ਦੇ ਉੱਤੇ।
ਤੇ ਇਹ ਸਵਾਲ ਵੀ ਲੋਕ ਵਾਰ-ਵਾਰ ਉਠਾਉਂਦੇ, ਜੇ ਬਹਿਸ ਹੁੰਦੀ ਪ੍ਰੋਪਰ ਸ਼ਾਇਦ ਕੋਈ ਸਵਾਲ ਉਠਾਉਂਦਾ ਕਿ ਜਿਹੜੇ ਸਕੂਲ ਕਰੋੜਾਪਤੀ ਨੇ ਮੋਟੀਆਂ ਫੀਸਾਂ ਲੈਂਦੇ ਨੇ, ਉਹ ਤੁਹਾਡਾ 50,000 ਜੁਰਮਾਨਾ ਦੀ ਬਜਾਏ ਲੱਖ ਦੇ ਦਿਆ ਕਰਨਗੇ, ਨਹੀਂ ਪੜਾਉਣਗੇ, ਫਿਰ ਕੀ ਤੁਸੀਂ ਕਰੋਗੇ? ਜੁਰਮਾਨਿਆਂ ਨਹੀਂ ਕੰਮ ਕਰਦੇ, ਸਜ਼ਾ ਜਿਹੜੀ ਹੁੰਦੀ ਹੈ ਚਾਹੇ ਮਹੀਨੇ ਦੀ ਹੋਵੇ 2 ਮਹੀਨੇ ਦੀ, ਜਿੰਨਾ ਚਿਰ ਉਹਦਾ ਪ੍ਰਾਵਧਾਨ ਨਹੀਂ ਹੁੰਦਾ ਜੁਰਮਾਨੇ ਨਾਲ ਕੋਈ ਨਹੀਂ ਡਰਦਾ। ਤੇ ਉਹ ਇਸ ਲਈ ਤੁਸੀਂ ਇਹਦੇ 'ਤੇ ਘੱਟੋ ਘੱਟ ਡਿਬੇਟ ਕਰਾਉਂਦੇ, ਚਰਚਾ ਕਰਾਉਂਦੇ, ਕੋਈ ਸਵਾਲ ਆਉਂਦੇ, ਉਹਨਾਂ ਦੇ ਜਵਾਬ ਦਿੰਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਤਾਂ ਸ਼ਾਇਦ ਉਸ ਪੱਧਰ 'ਤੇ ਪੰਜਾਬੀ ਦਾ ਕੁਝ ਬਣ ਜਾਂਦਾ ਕਿਸੇ ਨਾ ਕਿਸੇ ਰੂਪ 'ਚ। ਫਿਰ ਅਗਲਾ ਸਵਾਲ ਇਹ ਸੀਗਾ ਕਿ ਤੁਸੀਂ ਨੋਟੀਫਿਕੇਸ਼ਨ ਨਹੀਂ ਕਰਦੇ, ਜਿਹੜਾ ਰਾਜ ਭਾਸ਼ਾ ਦਾ ਦਰਜਾ ਪੰਜਾਬੀ ਨੂੰ ਦੇਣ ਦਾ ਸਵਾਲ ਹੈ। ਅਸੀਂ 2008 ਤੋਂ ਕਾਨੂੰਨ ਬਣਾਇਆ ਹੋਇਆ, ਉਹਦੇ 'ਚ ਸੋਧ ਦੀ ਗੱਲ ਹੈ, ਇਕੱਲੇ ਜੁਰਮਾਨੇ ਦੀ ਗੱਲ ਨਹੀਂ, ਉਹਦੇ 'ਚ ਇੱਕ ਨੋਟੀਫਿਕੇਸ਼ਨ ਹੋਣਾ ਰਹਿੰਦਾ ਹੈ। ਜੇ ਉਹ ਨੋਟੀਫਿਕੇਸ਼ਨ ਤੁਸੀਂ ਕਰ ਦਿਓ ਤਾਂ ਸਾਰੀਆਂ ਲੋਅਰ ਕੋਰਟਾਂ ਦੇ ਵਿੱਚ ਤੁਹਾਨੂੰ ਜਿਹੜਾ ਬਹਿਸ ਹੈ ਜਾਂ ਚਰਚਾ ਹੈ ਉਹ ਪੰਜਾਬੀ 'ਚ ਹੋਣ ਲੱਗ ਜਾਏਗੀ। ਉਹਦੇ 'ਚ 2000 ਬੰਦਾ ਤੁਰੰਤ ਭਰਤੀ ਦੀ ਮੰਗ ਕਰਦਾ ਹੈ। ਹਾਈ ਕੋਰਟ ਨੇ ਇਹਨਾਂ ਨੂੰ ਭੇਜਿਆ ਹੋਇਆ ਇੰਨੇ ਚਿਰ ਦਾ ਕਿ ਆਹ ਬੰਦਾ ਭਰਤੀ ਕਰੋ, ਟਰਾਂਸਲੇਟਰ ਵੀ ਹੈ ਉਹਦੇ 'ਚ, ਅਤੇ ਉਹਦੇ 'ਚ ਕਲੈਰੀਕਲ, ਉਹਦੇ 'ਚ ਉਹ ਜੱਜਮੈਂਟ ਲਿਖਣ ਵਾਲੇ ਬੰਦੇ ਵੀ ਨੇ। ਅਤੇ ਜਿੰਨਾ ਚਿਰ ਉਹ ਤੁਸੀਂ ਨਹੀਂ ਕਰਦੇ ਅਤੇ ਬਾਕੀ ਚੀਜ਼ਾਂ ਦਾ ਕੋਈ ਮਤਲਬ, ਇਹ ਚੀਜ਼ਾਂ ਵੀ ਤਾਂ ਡਿਸਕਸ ਹੋਣੀਆਂ ਚਾਹੀਦੀਆਂ ਨੇ। ਹੁਣ ਤੱਕ ਕਿਉਂ ਨਹੀਂ ਕੀਤਾ, ਜਾਂ ਹੁਣ ਕਰੋਗੇ ਤਾਂ ਕਿਵੇਂ ਕਰੋਗੇ, ਕਿੰਨਾ ਚਿਰ 'ਚ ਭਰਤੀ ਕਰੋਗੇ? ਪੰਜਾਬੀ ਇਕੱਲਾ ਕਾਗਜ਼ ਤਬਦੀਲੀ ਨਾਲ ਨਹੀਂ ਆਉਣੀ ਨਾ, ਉਹਦੇ 'ਚ ਉਹਨੂੰ ਰੁਜ਼ਗਾਰ ਨਾਲ ਜੋੜੋਗੇ, ਉਹਨੂੰ ਬਾਕੀ ਚੀਜ਼ਾਂ ਨਾਲ ਜੋੜੋਗੇ। ਇਹ ਸਾਰੇ ਮਾਮਲੇ ਨੇ ਜਿਹੜੇ ਵਿਧਾਨ ਸਭਾ ਦੇ ਵਿੱਚ ਨਹੀਂ ਵਿਚਾਰੇ ਗਏ। ਇੱਕ ਯੂਨੀਵਰਸਿਟੀ ਤਾਂ ਆਈ ਆ ਜਿਹੜੀ ਅਸ਼ੋਕਾ ਦੀ, ਉਹ ਇੱਕ ਭੈਣ ਹੈ ਕਹਿੰਦੇ ਨੇ ਇੱਥੇ ਮੋਹਾਲੀ ਦੇ ਵਿੱਚ, ਉਹਨਾਂ ਦੇ ਸਟੂਡੈਂਟ ਦਾਖਲ ਹੋਏ ਨੇ, ਪੜ੍ਹਾਈ ਚੱਲਦੀ ਹੈ, ਅਤੇ ਯੂਨੀਵਰਸਿਟੀ ਦੇ ਵਾਸਤੇ ਕਾਨੂੰਨ ਅੱਜ ਪਾਸ ਹੋ ਰਿਹਾ ਅਤੇ ਅਜੇ ਉਹਦਾ ਨੋਟੀਫਿਕੇਸ਼ਨ ਹੋਣਾ। ਦੇਖੋ ਤੁਸੀਂ ਪ੍ਰਾਈਵੇਟ ਪਲੇਅਰ ਜਿਹੜੀਆਂ ਕੰਪਨੀਆਂ ਨੇ ਉਹ ਕਿੰਨਾ ਕੁ ਸਰਕਾਰਾਂ ਨੂੰ ਗੌਲਦੀਆਂ ਨੇ, ਕਿੰਨਾ ਕੁ ਕਾਨੂੰਨਾਂ ਨੂੰ ਗੌਲਦੀਆਂ ਨੇ। ਇਹ ਸਵਾਲ ਤਾਂ ਪੁੱਛਿਆ ਜਾਣਾ ਚਾਹੀਦਾ ਵਿਧਾਨ ਸਭਾ 'ਚ ਕਿ ਭਾਈ ਸਾਹਿਬ ਯੂਨੀਵਰਸਿਟੀ ਚੱਲ ਗਈ, ਉੱਥੇ 60 ਸਟੂਡੈਂਟ ਦਾਖਲ ਨੇ ਔਰ ਉਹ ਪੜ੍ਹ ਰਹੇ ਨੇ ਅਤੇ ਉਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ, ਤਾਂ ਤੁਸੀਂ ਕਿਹੜਾ ਕਾਨੂੰਨ ਬਣਾ ਰਹੇ ਹੋ? ਕਿਉਂਕਿ ਇਹਨਾਂ ਦੀ ਪਰਵਾਹ ਹੀ ਕੋਈ ਨਹੀਂ ਉਸ ਪੱਧਰ 'ਤੇ, ਨਾ ਸਿਆਸਤਦਾਨ ਇਹ ਕਹਿੰਦਾ, ਅਗਲੇ ਨੂੰ ਪਤਾ ਕਿ ਅਸੀਂ ਆਪ ਹੀ ਕਰਵਾ ਲੈਣਾ। ਕਿਹਦਾ ਕੀ ਹਿੱਸਾ ਹੈ, ਕਿਹਦੇ 'ਤੇ ਕੀ ਰੌਲਾ ਹੈ, ਉਹ ਇਹ ਅਗਲੇ ਸਵਾਲ ਨੇ। ਇਹ ਕਾਫੀ ਵੱਡੇ ਕੁਐਸਚਨ ਨੇ ਜਿਨ੍ਹਾਂ ਨੂੰ ਐਡਰੈਸ ਕੀਤਾ ਨਹੀਂ ਗਿਆ ਉਸ ਪੱਧਰ ਦੇ ਉੱਤੇ, ਔਰ ਜਿਹੜਾ ਅੱਗੇ ਨੂੰ ਪੰਜਾਬ ਦੇ ਵਿੱਚ ਅਸਰਅੰਦਾਜ਼ ਹੋਣੇ ਨੇ, ਦੂਰ ਰਸ ਪ੍ਰਭਾਵ ਪੈਣੇ ਨੇ ਇਹਨਾਂ ਸਾਰਾ ਕਾਨੂੰਨਾਂ ਦੇ। ਹਮੀਰ ਜੀ, ਤੁਸੀਂ ਬਹੁਤ ਖੁੱਲ੍ਹ ਕੇ ਅਤੇ ਵਧੀਆ ਢੰਗ ਨਾਲ ਬਿੱਲਾਂ ਬਾਰੇ ਦੱਸਿਆ। ਜਿਵੇਂ ਤੁਸੀਂ ਗੱਲ ਕੀਤੀ ਹੈ ਬਈ ਦੋਏ ਧਿਰਾਂ ਨੇ, ਤਿੰਨੇ ਧਿਰਾਂ ਨਾਲੋਂ ਵੀ ਚਰਚਾ ਹੀ ਨਹੀਂ ਕੀਤੀ, ਉਹ ਚਾਹੁੰਦੇ ਹੀ ਨਹੀਂ ਚਰਚਾ ਕਰਨੀ, ਕਿਉਂਕਿ ਉਹਨਾਂ ਦੇ ਆਪਣੇ ਬਾਜੂ ਘੇੜੇ ਜਾਂਦੇ ਨੇ। ਅਤੇ ਇੱਕ ਮੈਂ ਸਵਾਲ ਤੁਹਾਨੂੰ ਕਰਨਾ ਵੀ ਸੋਮਵਾਰ ਨੂੰ ਆਪਣੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਚੀਫ ਮਿਨਿਸਟਰ ਸਟੇਟਸ ਦੇ ਨਾਲ ਇੱਕ ਮੀਟਿੰਗ ਰੱਖੀ ਹੈ, ਜਿਹਦੇ ਵਿੱਚ ਨਿੱਜੀ ਜਿਹੜੀਆਂ ਕੰਪਨੀਆਂ ਨੇ ਜਾਂ ਪਲੇਅਰਸ ਨੇ ਉਹਨਾਂ ਨੂੰ ਜ਼ਮੀਨਾਂ ਅਤੇ ਪਾਣੀ ਸੌਖੇ ਢੰਗ ਨਾਲ ਦਿੱਤਾ ਜਾਵੇ, ਇਸ ਤਰ੍ਹਾਂ ਦਾ ਕੋਈ ਚਰਚਾ ਹੋਣੀ ਹੈ। ਅਤੇ ਇਹਦੇ 'ਚ ਆਪਣੇ ਪੰਜਾਬ ਦੇ ਵੀ ਸਣੇ ਕਈ ਮੁੱਖ ਮੰਤਰੀ ਸਨ। ਇਹਦਾ ਤੁਸੀਂ ਕੀ ਮਾਇਨਾ ਲੈਂਦੇ ਹੋ? ਇੱਕ ਪਾਸੇ ਤਾਂ ਜ਼ਮੀਨਾਂ ਦਾ ਕਿਸਾਨ ਸੱਚੀ ਰੌਲਾ ਪਾ ਰਹੇ ਨੇ ਵੀ ਸਾਡੀਆਂ ਖੋਹੀਆਂ ਜਾਣਗੀਆਂ, ਅਤੇ ਹੁਣ ਉਹ ਪ੍ਰਾਈਵੇਟ ਪਲੇਅਰਸ ਲਈ ਉਹ ਜ਼ਮੀਨਾਂ ਨੂੰ ਦੇਣ ਦੇ ਜਿਹੜੇ ਨਿਯਮ ਨੇ ਸੌਖੇ ਕੀਤੇ ਦੀ ਚਰਚਾ ਕੀਤੀ ਜਾਊਗੀ। ਇਹਦੇ ਵਿੱਚ ਗੌਰਮੈਂਟ ਆਫ ਇੰਡੀਆ ਬੜੀ ਦੇਰ ਦੀ ਲੱਗੀ ਹੈ। ਜਦੋਂ ਮੋਦੀ ਸਰਕਾਰ ਪਹਿਲਾਂ ਆਈ ਸੀ 2014 'ਚ, ਇਹਨੇ ਇੱਕ ਮਤਲਬ ਨੋਟੀਫਿਕੇਸ਼ਨ ਕਰ ਵੀ ਦਿੱਤਾ, ਅਤੇ ਨੋਟੀਫਿਕੇਸ਼ਨ ਨਹੀਂ, ਆਪਾਂ ਕਹਿੰਦੇ ਕਾਨੂੰਨ ਨਹੀਂ ਬਣਿਆ, ਮਤਲਬ ਉਹ ਕਾਨੂੰਨ ਬਣ ਨਹੀਂ ਸਕਿਆ ਉਸ ਤੋਂ ਬਾਅਦ। ਪਰ ਇਹਨੇ ਜਦੋਂ ਸਾਹਮਣੇ ਲਿਆਂਦਾ ਤਾਂ ਉਹ ਇਹ ਲਿਆਂਦਾ ਕਿ ਇੱਕ 2013 'ਚ ਐਕਟ ਬਣਿਆ ਸੀ, ਲੈਂਡ ਐਕੁਜੀਸ਼ਨ ਐਕਟ। ਲੈਂਡ ਐਕੁਜੀਸ਼ਨ ਐਕਟ ਦੇ ਵਿੱਚ 2 ਕਲਾਜ਼ਿਜ਼ ਪਾ ਦਿੱਤੀਆਂ ਗਈਆਂ, ਜਿਹੜੀਆਂ ਉਦੋਂ ਕੁਦਰਤੀ ਜਦੋਂ ਲੋਕਾਂ ਦੀਆਂ ਮੂਵਮੈਂਟਾਂ ਹੁੰਦੀਆਂ ਨੇ ਕਈ ਚੀਜ਼ਾਂ ਪੈ ਜਾਂਦੀਆਂ ਨੇ। ਜਿਵੇਂ RTI ਐਕਟ ਡਰਾਉਂਦਾ ਕਿ ਉਹਨੂੰ ਡਿਲੀਊਟ ਕਰ ਦਿਓ ਤਾਂ ਕਿ ਦਿੱਤੀ ਨਾ ਜਾਵੇ ਇਨਫੋਰਮੇਸ਼ਨ, ਉਵੇਂ ਹੀ ਉਹ ਡਰਾ ਰਹੀਆਂ ਨੇ 2। ਉਦੋਂ ਦਾ ਕਾਰਪੋਰੇਟ ਔਖਾ ਹੋਇਆ UAPA ਅਤੇ ਡਾਕਟਰ ਮਨਮੋਹਨ ਸਿੰਘ ਸਰਕਾਰ 'ਤੇ ਔਖਾ ਕਿਉਂ ਸੀ? ਦੂਜੀ ਪਾਰੀ 'ਚ ਔਖਾ ਹੋਇਆ ਆ ਕੇ। ਉਹਦੇ 'ਚ ਇੱਕ ਬਹੁਤ ਵੱਡਾ ਕਾਰਨ ਇਹ ਹੈ, ਉਹ ਕੀ ਸੀ ਕਿ ਜੇ ਹੁਣ ਜ਼ਮੀਨ ਐਕਵਾਇਰ ਕਰਨੀ ਹੈ ਕਿਸੇ ਵੀ ਸੂਬੇ 'ਚ, ਜਿਹੜੀ 2 ਫਸਲੀ ਹੈ ਜਾਂ 3 ਫਸਲੀ, ਉਹ ਤਾਂ ਕਹਿੰਦੇ ਤੁਸੀਂ ਕਰੋ ਹੀ ਨਾ, ਬਾਹ ਲੱਗਦੀ, ਮਤਲਬ ਕਿਉਂਕਿ ਜਿੱਥੇ ਫਸਲ ਹੋਣੀ ਹੈ ਪੂਰੇ ਦੇਸ਼ ਲਈ ਤੁਸੀਂ ਕੋਸ਼ਿਸ਼ ਕਰੋ ਕਿ ਜਿੱਥੇ ਕੋਈ ਸਿੰਗਲ ਕ੍ਰੌਪ ਹੈ ਜਾਂ ਵੈਸੇ ਬੰਜਰ ਪਈ ਉਹ ਜ਼ਿਆਦਾ ਕਰੋ। ਪਰ ਜੇ ਤੁਹਾਨੂੰ ਕਰਨੀ ਵੀ ਪੈਂਦੀ ਹੈ ਅਤੇ ਜੇ ਰੋਲ ਪ੍ਰਾਈਵੇਟ ਪਲੇਅਰ ਨੇ ਜ਼ਮੀਨ ਲੈਣੀ ਹੈ, ਤੁਸੀਂ ਉਹਦੀ ਮਦਦ ਕਰਦੇ ਹੋ ਸਰਕਾਰੀ ਤੌਰ 'ਤੇ, ਤਾਂ ਜਿਹੜੇ ਪਿੰਡ ਦੀ ਜ਼ਮੀਨ ਲੈਣੀ ਹੈ ਤਾਂ 80% ਉੱਥੇ ਦੇ ਵੋਟਰਾਂ ਨੂੰ ਪੁੱਛਣਾ ਪਏਗਾ, ਮਤਲਬ ਗ੍ਰਾਮ ਸਭਾ ਨੂੰ, ਇਕੱਲੇ ਜ਼ਮੀਨ ਵਾਲੇ ਬੰਦਿਆਂ ਨੂੰ ਨਹੀਂ, ਕਿਉਂਕਿ ਜ਼ਮੀਨ ਦਾ ਮਤਲਬ ਹੈ ਬਾਕੀ ਲੋਕਾਂ 'ਤੇ ਵੀ ਪ੍ਰਭਾਵ, ਉਹ ਹੋਰਾਂ ਲੋਕਾਂ 'ਤੇ ਵੀ ਪੈਂਦਾ। ਉਹ 80% ਦੀ ਕੰਸੈਂਟ ਚਾਹੀਦੀ ਹੈ। ਜੇ ਤੁਸੀਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ 'ਚ ਕਰਨੀ ਹੈ ਗੌਰਮੈਂਟ ਨਾਲ ਤਾਂ 70% ਨੂੰ। ਹਾਂ, ਜੇ ਇਕੱਲੀ ਗੌਰਮੈਂਟ ਨੇ ਕਰਨੀ ਹੈ, ਕਿਤੇ ਕੋਈ ਹਸਪਤਾਲ ਬਣਾਉਣਾ, ਕਿਤੇ ਰੇਲਵੇ ਲਾਈਨ ਕੱਢਣੀ ਹੈ, ਫਿਰ ਕੰਸੈਂਟ ਦੀ ਲੋੜ ਨਹੀਂ ਹੈ, ਉਹਨੂੰ ਇਹ ਰਾਈਟ ਹੈ ਕਿ ਉਹ ਐਕਵਾਇਰ ਕਰ ਸਕਦੇ ਆਪਣੇ ਵਾਸਤੇ, ਦੇਸ਼ ਦੇ ਹਿੱਤ ਦੇ ਵਿੱਚ, ਪ੍ਰਾਈਵੇਟ ਲਈ ਨਹੀਂ। ਅਤੇ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਉਹਦੇ ਨਾਲ ਦੂਜੀ ਗੱਲ ਨਾਲ ਜੁੜਦੀ ਹੈ। ਦੂਜੀ ਗੱਲ ਨਾਲ ਇਹ ਜੁੜਦੀ ਹੈ ਕਿ ਜਦੋਂ ਜ਼ਮੀਨ ਐਕਵਾਇਰ ਹੋਏਗੀ ਤਾਂ ਇਕੱਲਾ ਖੇਤੀ ਵਾਲੇ ਨੂੰ ਤਾਂ ਫਿਰ ਵੀ ਜਿਹਦੀ ਜ਼ਮੀਨ ਹੈ ਥੋੜ੍ਹਾ ਬਹੁਤ ਮੁਆਵਜ਼ਾ ਮਿਲ ਜਾਂਦਾ ਹੈ, ਚਾਹੇ ਪੂਰਾ ਨਾ ਵੀ ਮਿਲੇ, ਚਾਹੇ ਉਹਦੀ ਇੱਛਾ ਤੋਂ ਉਲਟ ਹੋਵੇ।
ਪਰ ਜਦੋਂ ਪਿੰਡ ਦੀ ਜ਼ਮੀਨ ਨਹੀਂ ਬਚਦੀ ਤਾਂ ਉੱਥੇ ਦਾ ਖੇਤ ਮਜ਼ਦੂਰ, ਉੱਥੇ ਦਾ ਦੁਕਾਨਦਾਰ, ਉੱਥੇ ਦੇ ਸਾਰੇ ਲੋਕਾਂ ਤੇ ਵੀ ਅਸਰ ਪੈਂਦਾ ਹੈ। ਇਸ ਲਈ ਸੋਸ਼ਲ ਇੰਪੈਕਟ ਅਸੈਸਮੈਂਟ, ਸਮਾਜ ਤੇ ਕੀ ਪ੍ਰਭਾਵ ਪਿਆ ਉਹਦੀ ਅੰਦਾਜ਼ਾ ਲਾਉਣਾ ਹੈ, ਤੇ ਉਹਨਾਂ ਬੰਦਿਆਂ ਨੂੰ ਵੀ ਕਿੰਨੇ ਸਾਲ ਲਈ 10-10 ਹਜ਼ਾਰ ਪਰ ਮੰਥ, ਕਿਸੇ 'ਚ 20 ਹਜ਼ਾਰ ਪਰ ਮੰਥ ਪੈਸੇ ਦੇਣੇ ਪੈਣਗੇ ਤਾਂ ਕਿ ਉਹ ਸੈਟਲਡ ਆਪਣੀ ਲਾਈਫ ਕਿਤੇ ਹੋਰ ਜੇ ਕਰਦੇ ਨੇ ਤਾਂ ਕਿਵੇਂ ਕਰਦੇ ਨੇ। ਉਹ ਦੋ ਗੱਲਾਂ ਨਾਲ ਕਾਸਟ ਵੱਧਦੀ ਹੈ। ਫਿਰ ਜੇਕਰ ਤੁਸੀਂ ਸਾਰੇ ਮਤਲਬ ਇੱਕ ਪਿੰਡ 'ਚ ਨੋਰਮਲੀ ਜੇ ਆਪਾਂ ਪੰਜਾਬ ਦੇ ਪਿੰਡ ਲਾਉਂਦੇ ਹਾਂ ਨਾ, ਜਿਹੜੇ 10-1000 ਆਜ਼ਾਦੀ ਵਾਲੇ ਵੀ ਨੇ, 200 ਬੰਦਾ ਉਹਦੇ 'ਚ ਕਿਸਾਨ ਹੈ ਤੇ 200-300 ਮਜ਼ਦੂਰ ਵੀ ਹੈ, ਬਾਕੀ ਹੋਰ ਵੱਖ-ਵੱਖ ਬੰਦੇ ਨੇ, ਕਾਫੀ ਉਹਦੇ 'ਚ ਜੁੜੇ ਹੁੰਦੇ ਨੇ। ਹੁਣ ਉਹਨੂੰ ਉਹ ਅਮੈਂਡ ਕਰਵਾਉਣਾ ਚਾਹੁੰਦੇ ਨੇ ਗੌਰਮੈਂਟਾਂ ਵੱਲੋਂ। ਜਿਹੜੀ ਬੀਜੇਪੀ ਰੂਲਡ 2-3 ਸਟੇਟਾਂ ਨੇ ਉੱਥੇ ਉਹ ਅਮੈਂਡ ਸਟੇਟਾਂ ਤੋਂ ਕਰਵਾ ਚੁੱਕੇ ਨੇ। ਹਰਿਆਣੇ ਦਾ ਰੌਲਾ ਪਿਆ ਪਿੱਛੇ ਜੇ, ਹਰਿਆਣੇ ਨੇ ਕਰਤਾ, ਜਦੋਂ ਪਹਿਲਾਂ ਬੀਜੇਪੀ ਦੀ ਸਰਕਾਰ ਰਾਜਸਥਾਨ ਸੀ ਉਹਨੇ ਕਰਤਾ, ਮੱਧ ਪ੍ਰਦੇਸ਼ ਨੇ ਕਰਤਾ। ਜਿੱਥੇ ਅਜੇ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਨੇ ਉੱਥੇ ਅਜੇ ਬਚਿਆ ਹੋਇਆ ਕੰਮ। ਤੇ ਹੁਣ ਉਹ ਚਾਹੁੰਦੇ ਨੇ ਮਤਲਬ ਕੋਆਪਰੇਟਿਵ ਫੈਡਰਲਿਜ਼ਮ, ਜਿਹੜਾ ਮੋਦੀ ਇੱਕ ਦੇ ਰਿਹਾ ਨਾ ਨਾਰਾ, ਸਹਿਕਾਰੀ ਸੰਘਵਾਦ। ਸਹਿਕਾਰੀ ਸੰਘਵਾਦ ਦਾ ਇੰਨਾ ਕੀ ਮਤਲਬ, ਜੋ ਅਸੀਂ ਉੱਪਰੋਂ ਕਹਿੰਦੇ ਹਾਂ ਮੰਨ ਲਓ ਸਹਿਕਾਰਤਾ ਇਸੇ ਦੇ ਵਿੱਚ ਹੈ, ਤੁਸੀਂ ਪੰਗਾ ਨਾ ਕਰੋ, ਜਿਵੇਂ ਵੀ ਮਰਜ਼ੀ ਹੈ। ਸਾਡੇ ਜਿਹੜੇ ਮਿੱਤਰ ਨੇ ਕਾਰਪੋਰੇਟ, ਉਹਨਾਂ ਨੂੰ ਆਉਣ ਦਿਓ, ਲਾਂਘਾ ਖੁੱਲ੍ਹਾ ਛੱਡੋ, ਜਿਹੜਾ ਰਸਤੇ ਦੇ ਵਿੱਚ ਰੁਕਾਵਟਾਂ ਨੇ ਉਹ ਦੂਰ ਕਰਨੀਆਂ ਨੇ। ਇੱਕ ਤਾਂ ਉਹ ਚੀਜ਼ ਹੈ। ਦੂਜੀ ਚੀਜ਼ ਇਹ ਹੈ ਕਿ ਸਾਡੇ ਹੁਣ ਜਿਹੜਾ ਸੈਂਟਰਲ ਗਰਾਊਂਡ ਵਾਟਰ ਬੋਰਡ ਹੈ, ਉਹਦੇ ਤਹਿਤ ਇੱਕ ਪਾਲਿਸੀ ਬਣੀ ਹੈ ਗਵਰਨਮੈਂਟ 'ਚ। ਜਿਹੜੇ ਬਲਾਕਾਂ ਦੇ ਵਿੱਚ ਪਾਣੀ ਇੰਨਾ ਡੂੰਘਾ ਚਲਾ ਗਿਆ, ਉੱਥੇ ਡਿਪਟੀ ਕਮਿਸ਼ਨਰ ਦੀ ਪਰਮਿਸ਼ਨ ਤੋਂ ਬਿਨਾਂ ਤੁਸੀਂ ਨਵਾਂ ਟਿਊਬਵੈੱਲ ਨਹੀਂ ਲਾ ਸਕਦੇ ਕਿਸੇ ਵੀ ਰੂਪ ਦੇ ਵਿੱਚ। ਉਹਦੇ 'ਤੇ ਪਬਲਿਕ ਹੀਅਰਿੰਗ ਦੀ ਵੀ ਲੋੜ ਹੈ। ਤੇ ਉਹ ਇਹ ਵੀ ਚਾਹੁੰਦੇ ਨੇ ਕਿ ਉਹ ਜਿੱਥੇ ਕਾਰਪੋਰੇਟ ਲਈ ਸਭ ਕੁਝ ਖਾਲੀ ਕਰ ਦਿਓ, ਆਮ ਬੰਦੇ ਦੀ ਨਲਕਾ ਵੀ ਲਾਉਣਾ, ਮੋਟਰ ਲਾਉਣੀ ਆ, ਉਹਨੂੰ ਪਰਮਿਸ਼ਨ ਲੈਣੀ ਪਊਗੀ। ਕਾਰਪੋਰੇਟ ਨੂੰ ਬਿਨਾਂ ਪਰਮਿਸ਼ਨ ਤੋਂ ਕਰ ਦਿਓ ਪਾਣੀ, ਜਿੰਨਾ ਮਰਜ਼ੀ ਉਹ ਭਰ ਕੇ ਵੇਚੇ ਬੋਤਲਾਂ 'ਚ, ਜਿੰਨਾ ਮਰਜ਼ੀ ਮੁਨਾਫਾ ਕਮਾਏ। ਇਹ ਸਾਰੀ ਇੱਕ ਲਾਈਨ ਆਫ ਐਕਸ਼ਨ ਹੈ ਜਿਹੜਾ ਗੌਰਮੈਂਟ ਆਫ ਇੰਡੀਆ ਪੰਜਾਬ ਸੂਬਿਆਂ ਦੀਆਂ ਸਰਕਾਰਾਂ ਤੋਂ ਵੀ ਕਰਾਉਣਾ ਚਾਹੁੰਦੀ ਹੈ। ਇਸੇ ਕਰਕੇ ਫੈਡਰਲ ਸਟਰਕਚਰ ਦਾ ਮੁੱਦਾ ਬਾਰ-ਬਾਰ ਉੱਭਰਦਾ ਕਿ ਹਰ ਸਟੇਟ ਨੂੰ ਆਪਣੀ ਲੋੜ ਮੁਤਾਬਕ ਵਿਉਂਤਬੰਦੀ ਕਰਨ ਦਾ ਹੱਕ ਹੋਣਾ ਚਾਹੀਦਾ। ਇਕੱਲਾ ਤੁਸੀਂ ਆਪਣੇ ਮੁਤਾਬਕ ਨਾ ਕਰਾਓ। ਇਹਦੇ ਲਈ ਉਹ ਖੇਤੀ ਕਾਨੂੰਨਾਂ ਦਾ ਰੌਲਾ ਹੈ, ਇਹਦੇ ਵਾਸਤੇ ਵੱਖ-ਵੱਖ ਪੜ੍ਹਾਈ ਦਾ ਰੌਲਾ ਹੈ। 76 'ਚ ਇੰਦਰਾ ਗਾਂਧੀ ਐਜੂਕੇਸ਼ਨ ਕਰ ਗਈ ਸੀ ਕੰਕਰੈਂਟ ਲਿਸਟ 'ਤੇ, ਉਦੋਂ ਦੀਆਂ ਸੂਬੇ ਸਰਕਾਰਾਂ ਦੀਆਂ ਪੜ੍ਹਾਈ ਦਾ ਸਾਹਮਣੇ। ਇਹ ਜਿਹੜੇ ਵੱਡੇ ਮੁੱਦੇ ਨੇ, ਇਹ ਮੁੱਦੇ ਸਾਡੇ ਸਾਹਮਣੇ ਆਉਣਗੇ ਉਸ ਪੱਧਰ ਦੇ ਉੱਤੇ। ਔਰ ਮੇਰਾ ਖਿਆਲ ਦੇਖਦੇ ਹਾਂ ਪੰਜਾਬ ਸਰਕਾਰ ਕੀ ਸਟੈਂਡ ਲੈਂਦੀ ਹੈ। ਤੇ ਇੱਕ ਲੇਟੈਸਟ ਹੈ, ਕਾਂਗਰਸੀ ਨੇਤਾ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ। ਇਹਦੇ ਪਿੱਛੇ ਕੀ ਕਾਰਨ ਹੋ ਸਕਦੇ? ਵੈਸੇ ਤਾਂ ਦੇਸ਼ ਦੇ ਵਿੱਚ ਇੱਕ ਧਾਰਨਾ ਇਹ ਬਣੀ ਹੋਈ ਹੈ, ਇੱਕ ਵਾਰ ਸੁਪਰੀਮ ਕੋਰਟ ਨੇ ਕਿਹਾ ਸੀ ਜਦੋਂ UPA ਸਰਕਾਰ ਸੀ ਕਿ CBI ਬਾਰੇ, ਨੈਸ਼ਨਲ CBI ਨਾਰਮਲੀ ਆਪਣੇ ਇਹ ਹੁੰਦਾ ਸੀ ਪੰਜਾਬ ਦੇਸ਼ ਦੇ ਵਿੱਚ ਕਿ ਜੇ ਔਖੇ ਤੋਂ ਔਖਾ ਕੇਸ ਸੀਗਾ, ਲੋਕ ਕਹਿੰਦੇ ਸੀ CBI ਨੂੰ ਦੇ ਦਿਓ। ਆਪਣੇ ਇੱਕ ਮੰਗ ਹੁੰਦੀ ਰਹੀ ਹੈ ਬੜੇ ਵੱਡੇ ਪੱਧਰ 'ਤੇ। ਪਰ ਜਦੋਂ ਸੁਪਰੀਮ ਕੋਰਟ ਨੇ ਕਹਿ ਤਾ ਕਿ CBI ਸਰਕਾਰ ਦਾ ਬੰਦ ਪਿੰਜਰੇ 'ਚ ਰੱਖਿਆ ਤੋਤਾ ਹੈ, ਇਹ ਜਿਵੇਂ ਸਰਕਾਰ ਚਾਹੁੰਦੀ ਉਵੇਂ ਬੋਲਦਾ ਹੈ। ਹੁਣ ਇਕੱਲੀ CBI ਨਹੀਂ ਬਚੀ, CBI ਦੇ ਨਾਲ ਹੁਣ ED ਵੀ ਹੋ ਗਿਆ, CBI ਦੇ ਨਾਲ ਹੋਰ ਸੈਂਟਰਲ ਏਜੰਸੀਆਂ ਵੀ ਆ ਗਈਆਂ, UAPA ਆਪਣੇ ਸਾਹਮਣੇ ਆਇਆ। ਬਾਕੀ ਹੈ, ਮੈਨੂੰ ਇਹ ਲੱਗਦਾ ਕਿ ਜਿਹੜਾ ਤਾਂ BJP ਦੇ ਸਾਈਡ 'ਤੇ ਚਲਾ ਗਿਆ, ਉਹ ਬੰਦੇ ਤਾਂ ਹਰੇਕ ਦੁੱਧ ਧੋਤੇ ਨੇ, ਚਾਹੇ ਕਰਪਸ਼ਨ ਕੀਤੀ ਨਹੀਂ ਕੀਤੀ, ਜੇ ਉਹ ਜੋ ਵੀ ਚੀਜ਼ਾਂ ਨੇ। ਬੰਗਾਲ ਵਾਲੇ ਮਾਮਲੇ 'ਚ ਵੀ ਇਹ ਆਇਆ ਸੀ, ਜਿਹੜਾ TMC ਤੋਂ ਹਟ ਕੇ ਉੱਧਰ ਚਲਾ ਗਿਆ, ਜਿਹਨੂੰ ਲੀਡਰ ਆਫ ਆਪੋਜੀਸ਼ਨ ਬਣਾਇਆ। ਉਹਦੇ ਤਾਂ ਲੋਕ TV ਤੇ ਦੇਖੇ ਨੇ, ਪੈਸੇ ਲੈਂਦੇ ਤੇ ਦਿੰਦੇ। ਉਹਦੇ ਤੇ ਨਹੀਂ ਰੇਡ ਪਈ, ਦੂਜੇ 3 ਮਮਤਾ ਵਾਲੇ ਤੇ ਪੈ ਗਈ ਸੀ, ਤੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ, ਰੌਲਾ ਵੀ ਪਿਆ ਉਹ ਕੇਸ ਦਾ ਇੰਨਾ। ਇਸ ਕਰਕੇ ਇੱਕ ਤਾਂ ਜਿਹੜੀ ਬੇਭਰੋਸਗੀ ਹੈ ਜਾਂ ਜਿਹੜਾ ਸਟਾਈਲ ਹੈ ਕੰਮ ਕਰਨ ਦਾ ਕੇਂਦਰ ਸਰਕਾਰ ਦਾ, ਉਹ ਕਾਫੀ ਇਸ 'ਚ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਦੂਜੀ ਗੱਲ, ਇੱਕ ਗੱਲ ਹੋਰ ਹੈ, ਜੋ ਮਰਜ਼ੀ ਹੈ, ਖੈਰੇ 'ਚ ਬਹੁਤ ਨੁਕਸ ਹੈ ਵੀ ਨੇ, ਹੋਣਗੇ ਵੀ ਕੀ ਉਹ ਕਰਦਾ, ਪਰ ਉਹਨੇ ਕਈ ਮੁੱਦਿਆਂ 'ਤੇ ਬਹੁਤ ਦਲੇਰਾਨਾ ਸਟੈਂਡ ਲਏ ਸੀ। UAPA ਦੇ ਮੁੱਦੇ 'ਤੇ ਸ਼ਾਇਦ ਪੰਜਾਬ 'ਚ ਜੇ ਕੋਈ ਇੱਕ ਬੰਦੇ ਦੇ ਤੌਰ 'ਤੇ, ਇਕੱਲੇ ਤੌਰ 'ਤੇ ਵੱਡੇ ਪੱਧਰ 'ਤੇ ਬੋਲਿਆ ਸੀ ਉਹਨਾਂ ਦਿਨਾਂ ਜਦੋਂ ਪੰਜਾਬ ਦੇ ਮੁੱਦੇ, ਇੱਕ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਇਹਨਾਂ ਵੱਲੋਂ NIA ਵੱਲੋਂ ਬੁਲਾਇਆ ਸੀ, ਜਾਂਚ ਤੋਂ ਬਾਅਦ ਫਾਹਾ ਲੈ ਕੇ ਮਰ ਗਿਆ ਸੀ। 2-3 ਹੋਰ ਦਲਿਤ ਮੁੰਡਿਆਂ ਦੇ ਜਿਹੜੇ ਸਵਾਲ ਸੀ, ਕਾਫੀ ਵੱਡੇ ਪੱਧਰ 'ਤੇ ਉਹਨੇ ਉਠਾਉਣ ਦੀ ਕੋਸ਼ਿਸ਼ ਕੀਤੀ। ਅਤੇ ਇਦੋਂ ਪਹਿਲਾਂ ਅਕਾਲੀ ਦਲ ਦੇ ਖਿਲਾਫ ਵੀ ਉਹ ਪੂਰੀ ਤਰ੍ਹਾਂ ਸਟੈਂਡ ਲੈਂਦਾ ਰਿਹਾ ਸੀ ਉਦੋਂ ਉਹਨਾਂ ਦਿਨਾਂ ਦੇ ਵਿੱਚ। ਉਹ ਸਾਰੇ ਮੁੱਦਿਆਂ ਕਰਕੇ 2015 ਦਾ ਹੀ ਇਹ ਕੇਸ ਹੈ, 2015 ਜਦੋਂ ਅਕਾਲੀ BJP ਸੀ, ਕਿ ਫਾਜ਼ਿਲਕਾ ਦੇ ਵਿੱਚ ਕੋਈ ਨਸ਼ਾ ਤਸਕਰੀ ਹੁੰਦੀ ਹੈ, ਇਹਦੇ ਹਲਕੇ ਦਾ ਕੋਈ ਬੰਦਾ ਹੈ, ਇਹਦੇ ਹਲਕੇ ਦੇ ਬੰਦੇ ਨੇ ਇਹਦੇ ਨਾਲ ਗੱਲ ਕੀਤੀ ਹੋਈ ਹੈ। ਹੁਣ ਉਹਦੇ 'ਚ ਕੀ ਗੱਲ ਹੈ, ਕਿੰਨਾ ਇਹੋ ਜਿਹੇ ਮਾਮਲੇ ਤਾਂ ਮੈਨੂੰ ਲੱਗਦਾ ਬਹੁਤ ਜ਼ਿਆਦਾ ਹੋਣਗੇ, ਜਦੋਂ ਸੀਰੀਅਸ ਮਾਮਲੇ ਹੋਣਗੇ ਨਾ ਜਿਹੜੇ ਬਾਕੀ ਦੇ ਆਉਂਦੇ ਨੇ। ਅਤੇ ਦੂਜਾ ਮੈਨੂੰ ਇੱਕ ਇਹ ਵੀ ਲੱਗਦਾ, ਜਦੋਂ ਅੱਜ ਕੱਲ੍ਹ ਫਿਰ ਰਹੇ ਸੀ ਤਾਂ ਕੁਝ ਸੱਜਣ ਇਹ ਗੱਲ ਵੀ ਕਰ ਰਹੇ ਸੀ ਬੈਠੇ, ਉਹ ਕਹਿੰਦੇ ਇੱਕ ਹੋਰ ਗੱਲ ਹੈ, ਇਹਨੂੰ ਜੇ ਜੋੜ ਕੇ ਦੇਖਿਆ ਜਾਏ, ਲਖੀਮਪੁਰ ਖੀਰੀ ਦਾ ਜਦੋਂ ਕੇਸ ਸੀ ਅਜੇ ਮਿਸਰੀ ਦੇ ਮਾਮਲੇ 'ਚ, ਸੁਪਰੀਮ ਕੋਰਟ 'ਚ ਹੁਣ ਹੀਅਰਿੰਗ ਹੋਈ ਆ 2 ਦਿਨ ਪਹਿਲਾਂ, ਜਿਹੜੀ ਉੱਥੇ ਜਸਟਿਸ 3 ਮੈਂਬਰੀ ਬੈਂਚ ਦੀ ਮੈਂਬਰ ਹੈ ਇੱਕ,
ਉਹਨੇ ਸੁਪਰੀਮ ਕੋਰਟ 'ਚ ਉਹਨਾਂ ਨੇ ਇਹ ਕਿਹਾ ਕਿ ਅਸੀਂ ਜਿਹੜੀ ਯੂਪੀ ਦੀ ਹਾਈ ਕੋਰਟ ਦੇ ਸਿਟਿੰਗ ਜੱਜ ਦੀ ਬਜਾਏ ਅਸੀਂ ਉਹ 'ਤੇ ਯਕੀਨ ਨਹੀਂ ਕਰਦੇ, ਅਸੀਂ ਕਿਸੇ ਬਾਹਰੀ ਹਾਈ ਕੋਰਟ ਦੇ ਜੱਜ ਨੂੰ ਦੇਣ ਬਾਰੇ ਸੋਚ ਰਹੇ ਹਾਂ। ਉਹਦੇ 'ਚ 2 ਜੱਜਾਂ ਦਾ ਨਾਂ ਲਿਆ ਗਿਆ। ਉਹਦੇ 'ਚ ਇੱਕ ਜਸਟਿਸ ਰਣਜੀਤ ਸਿੰਘ ਤੇ ਇੱਕ ਜਸਟਿਸ ਰਾਜ ਕੁਮਾਰ। ਕਿਹਾ ਜਾਂਦਾ ਜਸਟਿਸ ਰਣਜੀਤ ਸਿੰਘ ਖਹਿਰੇ ਦਾ ਨਜ਼ਦੀਕੀ ਰਿਸ਼ਤੇਦਾਰ ਹੈ, ਤੇ ਕਿਤੇ ਲੋਕ ਇਸ ਉਂਗਲ ਨੂੰ ਉਧਰ ਵੀ ਭੇਜ ਰਹੇ ਨੇ ਕਿ ਕਿਤੇ ਇਹ ਤਾਂ ਨਹੀਂ ਹੋਏਗਾ ਵੀ ਜੇ ਸੁਪਰੀਮ ਕੋਰਟ ਨੇ ਉਹ ਲਾਤਾ, ਇੱਧਰੋਂ ਖਹਿਰੇ ਤੇ ਸਕੰਜਾ ਕੱਸ ਕੇ ਰੱਖੋ, ਆਪਣੇ ਰਿਸ਼ਤੇਦਾਰ ਨੂੰ ਬਚਾਉਣ ਲਈ ਆਪਾਂ ਆਪਣੇ ਵਾਲਾ ਬਚਾ ਲਾਂਗੇ। ਮਤਲਬ ਗੌਰਮੈਂਟਾਂ 'ਚ ਪਤਾ ਨਹੀਂ ਕਿੱਥੇ ਕਿੱਥੇ ਸੰਗਲੀ ਜੁੜਦੀ ਹੈ, ਕਿਉਂਕਿ ਉਹ ਬੰਦੇ ਦਾ ਬਾਪ ਅੱਜ ਵੀ ਯੂਨੀਅਨ ਸਟੇਟ ਹੋਮ ਮਿਨਿਸਟਰ ਹੈ ਤੇ ਅਜੇ ਵੀ ਉਹਦੇ ਤੋਂ ਲਿਹਾ ਨਹੀਂ ਹੋਇਆ। ਉਹਦੇ ਕੋਲ ਪਾਵਰ ਹੈ ਉਸ ਪੱਧਰ ਦੀ, ਜਿਹੜੀਆਂ ਸਾਰੀਆਂ ਤਾਣੇ ਬਾਣੇ ਜਿਹੜੇ ਚੱਲ ਰਹੇ ਨੇ, ਜੇ ਇਹ ਚੀਜ਼ਾਂ ਸਾਹਮਣੇ ਆਉਣਗੀਆਂ ਤੇ ਜਾਂਚ ਤੋਂ ਇਹ ਲੋਕਾਂ ਦੇ ਕਿਆਸ ਨੇ ਕਿ ਆਹ ਚੀਜ਼ਾਂ ਹੋ ਸਕਦੀਆਂ ਨੇ, ਆਹ ਅੰਗਲੀਆਂ ਸੰਗਲੀਆਂ ਜੁੜ ਸਕਦੀਆਂ ਨੇ। ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਜਦ ਮਰਜ਼ੀ ਜਿਹਨੂੰ ਚਾਹੋ ਜਿਹੜੇ ਮਰਜ਼ੀ ਚੱਕ ਲਓ। ਜਿਹੜਾ ਫੰਡਿੰਗ ਦਾ ਸਵਾਲ ਹੈ $1.5 ਲੱਖ ਦਾ, ਜੇਕਰ ਉਹ ਕਹਿ ਰਿਹਾ ਕਿ ਜਦੋਂ ਆਮ ਆਦਮੀ ਪਾਰਟੀ ਲਈ, ਕੀ ਬਾਕੀ ਪਾਰਟੀਆਂ ਨੂੰ ਬਾਹਰੋਂ ਫੰਡ ਨਹੀਂ ਆਉਂਦਾ ਕਿਸੇ ਨੂੰ ਵੀ? ਉਹਨਾਂ 'ਤੇ ਰੇਡ ਕਦੇ ਕਿਉਂ ਨਹੀਂ ਹੁੰਦੀ? ਉਹਨਾਂ ਦੇ ਬੰਦੇ ਅੰਦਰ ਕਿਉਂ ਨਹੀਂ? ਜੇ ਉਹ ਕਹਿ ਰਿਹਾ ਵੀ ਫੰਡ ਤਾਂ ਮੈਨੂੰ ਕੇਜਰੀਵਾਲ ਦੀ ਅਗਵਾਈ 'ਚ ਭੇਜਿਆ ਗਿਆ ਸੀ ਤੇ ਉੱਥੇ ਲਾਏ, ਉਹ ਫੰਡ ਉਹਨਾਂ ਤੋਂ ਪੁੱਛ ਲਓ ਕਿੱਥੇ ਹੈ। ਇਹ ਤਾਂ ਵਾਜਬ ਜਿਹਾ ਵੀ ਸਵਾਲ ਹੈ। ਜੇ ਇੱਕ ਪਾਰਟੀ ਲਈ ਜੇ ਕੇਜਰੀਵਾਲ ਆ ਕੇ ਇਹ ਕਹੂਗਾ ਕਿ ਮੈਨੂੰ ਨਹੀਂ ਮਿਲਿਆ $1 ਲੱਖ, ਮੈਨੂੰ ਪਤਾ ਨਹੀਂ ਕਹਿ ਰਹੇ, ਫਿਰ ਇੱਕ ਅਲੱਗ ਗੱਲ ਹੈ। ਇਹ ਮਤਲਬ ਇਹ ਸਵਾਲ ਤਾਂ ਆਪਣੇ ਆਪ ਦੇ ਵਿੱਚ ਐਡਰੈਸ ਹੋਣ ਵਾਲੇ ਨੇ, ਜੇ ਖਹਿਰਾ ਵੀ ਆਪਣੇ ਆਪ ਗੱਲ ਉਹ ਕਰਦਾ। ਦੂਜੀ ਗੱਲ ਮੈਨੂੰ ਇਹ ਲੱਗਦਾ ਕਿ ਉਹਨੇ ਬੇਬਾਕੀ ਨਾਲ ਕਾਫੀ ਮੁੱਦੇ ਉਠਾਏ ਨੇ, ਸ਼ਾਇਦ ਪਿੰਚ ਕਰਦਾ ਰਹਿੰਦਾ ਬੰਦਾ, ਕੋਈ ਚਾਹੇ ਨਿੱਜੀ ਉਠਾਉਂਦਾ ਜਾਂ ਹੋਵੇ। ਇਹਨਾਂ ਮੁੱਦਿਆਂ 'ਤੇ ਡਿਟੇਲ ਚਰਚਾ ਹੋਣੀ ਚਾਹੀਦੀ ਹੈ। ਏਜੰਸੀਆਂ ਨੂੰ ਕੇਵਲ ਸਕੋਰ ਸੈਟਲ ਕਰਨ ਦਾ ਜਿਹੜਾ ਮਾਮਲਾ ਨਹੀਂ, ਇਹਦੇ ਨਾਲ ਬਹੁਤ ਵੱਡਾ ਨੁਕਸਾਨ ਹੁੰਦਾ ਸੋਸਾਇਟੀ ਦਾ, ਕਿ ਫਿਰ ਜਦੋਂ ਸੰਵਿਧਾਨਕ ਸੰਸਥਾਵਾਂ 'ਤੇ ਤੁਹਾਡਾ ਭਰੋਸਾ ਟੁੱਟਦਾ ਹੈ, ਉਹ ਭਰੋਸਾ ਇਨਸਾਫ ਤੋਂ ਟੁੱਟਦਾ ਹੈ। ਜਦੋਂ ਇਨਸਾਫ ਤੋਂ ਭਰੋਸਾ ਟੁੱਟਦਾ ਹੈ ਤਾਂ ਉਹ ਅਨਾਰਕੀ ਵੱਲ ਲੈ ਕੇ ਜਾਂਦਾ ਸਮਾਜ ਨੂੰ। ਲੋਕਾਂ ਦਾ ਨਿਆਂ ਪ੍ਰਣਾਲੀ 'ਚ ਯਕੀਨ ਬਣਿਆ ਰਹੇ, ਇਸ ਕਰਕੇ ਨਿਆਂ ਤੰਤਰ ਨੂੰ ਉਸ ਪੱਧਰ 'ਤੇ ਸੁਧਾਰਨ ਦਾ ਜਾਂ ਮੁੜ ਵਿਉਂਤਣ ਦੀ ਬਹੁਤ ਜ਼ਿਆਦਾ ਲੋੜ ਹੈ, ਨਹੀਂ ਤਾਂ ਇਹ ਕੰਮ ਜ਼ਿਆਦਾ ਗੜਬੜ ਵਾਲੇ ਪਾਸੇ ਚੱਲੂਗਾ। ਬਹੁਤ ਬਹੁਤ ਸ਼ੁਕਰੀਆ ਅਮੀਰ ਜੀ। ਦੋਸਤੋ, ਅੱਜ ਤੁਸੀਂ ਪੰਜਾਬ ਸਰਕਾਰ ਅਤੇ ਉਹਦੀਆਂ ਸੈਂਟਰ ਦੀ ਏਜੰਸੀ ਦੀਆਂ ਕਈ ਅੰਦਰਲੀਆਂ ਗੱਲਾਂ ਸੁਣੀਆਂ। ਪੰਜਾਬ ਸਰਕਾਰ ਇਲੈਕਸ਼ਨ ਕਰਕੇ ਕਾਫੀ ਭੱਜ ਨੱਠ ਤਾਂ ਕਰ ਰਹੀ ਹੈ, ਦੇਖੋ ਕੀ ਬਣਦਾ। ਅੱਜ ਲਈ ਇੰਨਾ ਹੀ, ਇਜਾਜ਼ਤ ਦਿਓ।